जी मिलनी नी माता गुजरी मामा जग विच होइयां ने बथेरियां। मिलनी नी माता गुजरी मामा जग विच होइयां ने बथेरियां। पर मिलनी नी माता गुजरी मामा जग विच होइयां ने बथेरियां। पर मिलनी नी माता गुजरी जग विच होइयां ने बथेरियां। पर मिलनी नी माता गुजरी मावा जग विच होइयां ने बथेरियां। मिलनी नी माता गुजरी मावा जग विच होइयां ने बथेरियां। मिलनी नी माता गुजरी मावा जग विच होइयां ने बथेरियां। पर मिलनी नी माता गुजरी मामा जग विच होइयां ने बथेरियां। पर मिलनी नी माता गुजरी मावा जग विच होइयां ने बथेरियां। पर मिलनी नी माता गुजरी मामा जग विच होइयां ने बथेरियां। पर मिलनी नी माता गुजरी मामा जग विच होइयां ने बथेरियां। पर मिलनी नी माता गुजरी। परम सत्कारयोग गुरु की साजी और नवाजी हुई साध संगत जी, ਅੰਮ੍ਰਿਤ ਵੇਲੇ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਔਰ ਪਵਿੱਤਰ ਚਰਨਾਂ ਦੇ ਵਿੱਚ ਸਾਰੇ ਪਹੁੰਚ ਕਰਕੇ ਜੋ ਗੁਰੂ ਜੀ ਦਾ ਪਾਵਨ ਪਵਿੱਤਰ ਮੁਖ ਵਾਕ ਹੈ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਮਹਾਰਾਜ ਜੀ ਕਹਿੰਦੇ ਅੰਮ੍ਰਿਤ ਵੇਲਾ परमात्मा के नाम लैन का समा है। भागां वालियां रूहां जिहड़ियां रोजाना गुरु जी के चरणों में सिरशार होने वास्ते पहुँचदियां हन, चरणों में हाजरी लवाउण वास्ते पहुँचदियां हन, बड़े भाग हन। क्योंकि सतगुरु जी फरमान करते हैं, बिन भागां सत संग न लभै, बिन संगत मैल भेजै जीओ। दूसरे पासे महाराज जी फरमान करते हैं, बिरहा बिरहा आखिए बिरहा तू सुल्तान। जित तन बिरह न उपजै सो तन जान मसान। बिरहा भी एक कहते भगती है, परमात्मा की बंदगी करनी एक भगती है। बिरहा दे विच आके बिरहा विजोग विछोड़े दे विच आके सच्चे पातशाह महाराज जी कहन लगे, जिहड़ा ये बिरहां दे विच भगती करदा भाव बैराग विच भिज के किते गाउंदा किते सुनदा, कोई गावे को सुनै कोई करे विचार। महाराज जी कहंदे उस भगती दा नाम है सुल्तान। सुल्तान नाम राजे दा है। बिरहा बिरहा आखिए बिरहा तू सुल्तान। जित तन बिरह ना उपजाओ, जिदे अंदर दो बूंदा वैराग दियां नहीं है, किसी प्रति साहिबजादियां प्रति दो बूंदा अंदर नहीं है। महाराज जी कहन लगे, सुन उपदेश हृदय वसायो, मन इच्छे नानक फल पायो। आ दिनां दे विच याद करके साहिबजादियां नूं, माता गुजरी नूं, एक पासे 80 साल दी बजुर्ग माता, एक पासे 7 ते 9 साल दे छोटे छोटे लाल। महाराज जी कहते अज वाले दिन ये तां बनू जे असीं ये कहीए भी असीं गुरु कलगीधर पातशाह महाराज दे परिवार दा हिस्सा हाँ। महाराज साडे परिवार दा हिस्सा नहीं,
ਅਸੀਂ ਕਲਗੀਆਂ ਵਾਲੇ ਦੇ ਪਰਿਵਾਰ ਦਾ ਹਿੱਸਾ ਹਾਂ ਇੱਕ। ਜਿਵੇਂ ਧੰਨ ਬਾਬਾ ਫਤਿਹ ਸਿੰਘ ਜੀ ਉਸੇ ਤਰ੍ਹਾਂ ਹੀ ਅਸੀਂ ਹਾਂ। ਜਿਵੇਂ ਬਾਬਾ ਅਜੀਤ ਸਿੰਘ ਸੀ ਉਸੇ ਤਰ੍ਹਾਂ ਹੀ ਅਸੀਂ ਹਾਂ। ਜਿਵੇਂ ਮਾਤਾ ਜੀਤੋ, ਮਾਤਾ ਸੁੰਦਰੀ, ਮਾਤਾ ਸਾਹਿਬ ਕੌਰ ਜੀ, ਅਸੀਂ ਵੀ ਉਹਨਾਂ ਦੇ ਇੱਕ ਪਰਿਵਾਰ ਦਾ ਹਿੱਸਾ ਹਾਂ। ਮਹਾਰਾਜ ਜੀ ਕਹਿੰਦੇ ਜਦੋਂ ਇਸ ਤਰ੍ਹਾਂ ਮਨ ਵਿੱਚ ਪ੍ਰੇਮ ਵੱਜ ਗਿਆ ਵੀ ਅਸੀਂ ਕਲਗੀਆਂ ਵਾਲੇ ਦੇ ਪਰਿਵਾਰ ਦਾ ਹਿੱਸਾ ਹਾਂ। ਕਲਗੀਆਂ ਵਾਲੇ ਨੇ ਕਿਹਾ ਸੀ ਨ ਪੁੱਤਰਨ ਕੇ ਸੀਸ ਪਰਿਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਮਹਾਰਾਜ ਜੀ ਨੇ ਆਪਣੇ ਪੁੱਤਰ ਵਾਰ ਕੇ ਇਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਲਤਾਨਪੁਰ ਦੀ ਧਰਤੀ ਰਾਏ ਭੋਜ ਦੀ ਤਲਵੰਡੀ ਤੇ ਇਸ ਬੂਟੇ ਨੂੰ ਲਾਉਣਾ ਕੀਤਾ। ਫਿਰ 10 ਗੁਰੂ ਸਾਹਿਬਾਨਾਂ ਨੇ ਆਪੋ ਆਪਣਾ ਰੰਗ ਭਰਿਆ ਇਸ ਬੂਟੇ ਦੇ ਵਿੱਚ। ਮਕਾਨ ਕਹਿ ਲਓ ਕਿ ਮਕਾਨ ਬਣਾਉਣਾ ਕੀਤਾ। ਨੀਂਹ ਪੱਥਰ ਰੱਖ ਦਿੱਤੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਪਾਣੀ ਪਾਇਆ, ਗੁਰੂ ਅਮਰਦਾਸ ਮਹਾਰਾਜ ਨੇ ਪਾਣੀ ਪਾਇਆ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਮਹਾਰਾਜ, ਗੁਰੂ ਹਰਗੋਬਿੰਦ ਮਹਾਰਾਜ, ਗੁਰੂ ਹਰ ਰਾਏ, ਹਰ ਕ੍ਰਿਸ਼ਨ, ਤੇਗ ਬਹਾਦਰ, 10ਵੇਂ ਪਾਤਸ਼ਾਹ ਮਹਾਰਾਜ ਦੀ ਵਾਰੀ ਆ ਗਈ। ਮਕਾਨ ਬਣਾ ਦਿੱਤਾ ਪੂਰਾ ਤੇ ਬਨੇਰਾ ਬੰਨ ਕੇ ਤੇ ਉਹ ਇੱਕ ਮਕੰਬਲ ਬਣਾ ਦਿੱਤਾ। ਜੇ ਮਕਾਨ ਦਾ ਬਨੇਰਾ ਨਾ ਵੱਜੇ ਤੇ ਛੱਤ ਪੈ ਜੇ, ਫਿਰ ਹਰ ਇੱਕ ਮਨੁੱਖ ਸੋਚਦਾ ਹੈ ਇਹਨੂੰ 2 ਮੰਜ਼ਲਾ ਲੈ ਕੇ ਜਾਏਗਾ ਕਿ 3 ਮੰਜ਼ਲਾ ਲੈ ਕੇ ਜਾਏਗਾ, ਮਕਾਨ ਹੋਰ ਵੀ ਅੱਗੇ ਬਣੂਗਾ। ਉਹ ਕਹਿੰਦਾ ਵੀ ਦੇਖਦੇ ਆ, ਹਜੇ ਕੋਈ ਵਿਚਾਰ ਬਣਾਉਣੇ ਆ, 2 ਪੈਸੇ ਆ ਗਏ ਫਿਰ ਉੱਚਾ ਲੈ ਜਾਾਂਗੇ ਚੱਕ ਕੇ। ਜਦੋਂ ਬਨੇਰਾ ਬੰਨ ਕੇ ਉੱਤੇ ਮਿੱਟੀ ਪੈ ਗਈ ਜਾਂ ਫਰਸ਼ ਲੱਗ ਗਿਆ, ਫਿਰ ਕਹੂਗਾ ਅਜੇ ਨਹੀਂ, ਦੇਖਦੇ ਆ ਫਿਰ, ਹਜੇ ਤਾਂ ਅਜੇ ਬਨੇਰਾ ਵੱਜ ਗਿਆ ਸਾਡਾ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ 2 ਜਹਾਨ ਵਾਲੀ ਇਸ ਮਕਾਨ ਦਾ ਬਨੇਰਾ ਬੰਨ ਦਿੱਤਾ। ਮਕਾਨ ਸੰਪੂਰਨ ਹੋ ਗਿਆ। ਸਿੱਖੀ ਦਾ ਮਹਿਲ ਐਸਾ ਬਣਾ ਚੱਲਿਆ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇੰਨਾ ਵਧੀਆ ਮਹਿਲ ਬਣਾਇਆ ਸਿੱਖੀ ਦਾ, ਜਿਹਨੂੰ ਬਹੁਤ ਪਿਆਰ ਵਿੱਚ ਆ ਕੇ ਲਿਖਦੇ ਨੇ, ਉਹ ਦਸ਼ਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ। ਦਸ਼ਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ। ਦਸ਼ਮੇਸ਼ ਪਿਤਾ ਸਿੱਖੀ ਦਾ, ਦਸ਼ਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ। ਦਸ਼ਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ। ਦਸ਼ਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ। ਬੂਟਾ ਨਾਨਕ ਗੁਰੂ ਨੇ ਲਾਇਆ, ਜੋ ਪਾਲਿਆ ਗੋਬਿੰਦ ਸਿੰਘ ਨੇ। ਬੂਟਾ ਨਾਨਕ ਗੁਰੂ ਨੇ ਲਾਇਆ, ਪਾਲਿਆ ਗੋਬਿੰਦ ਸਿੰਘ ਨੇ। ਬੂਟਾ ਨਾਨਕ ਗੁਰੂ ਨੇ ਲਾਇਆ, ਪਾਲਿਆ ਗੋਬਿੰਦ ਸਿੰਘ ਨੇ। ਬੂਟਾ ਨਾਨਕ ਗੁਰੂ ਨੇ ਲਾਇਆ, ਪਾਲਿਆ ਗੋਬਿੰਦ ਸਿੰਘ ਨੇ। ਸਿੰਘ ਨੇ ਬੂਟਾ ਨਾਨਕ ਗੁਰੂ ਨੇ ਲਾਇਆ, ਪਾਲਿਆ ਗੋਬਿੰਦ ਸਿੰਘ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ। ਇਸ ਫਿਰ ਸਿੱਖੀ ਦਾ ਮਹਿਲ ਇਹੋ ਜਿਹਾ ਬਣਾਇਆ, ਜਦੋਂ ਇਹਦੀ ਨੀਂਹ ਪੱਥਰ ਰੱਖੀ ਗਈ ਸਿੱਖੀ ਦੇ ਮਹਿਲ ਦੀ, ਉਹ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿਤੋਂ ਇੱਟਾਂ ਨਹੀਂ ਲਿਆਂਦੀਆਂ, ਕਿਤੋਂ ਸੀਮੈਂਟ ਸਰੀਆ ਨਹੀਂ ਲਿਆਂਦਾ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਇਹ ਨੀਂਹ ਪੱਥਰ ਦੇ ਵਿੱਚ, ਇਸ ਨਿਉ ਦੇ ਵਿੱਚ ਛੋਟੇ ਛੋਟੇ ਗੁਰੂ ਕੇ ਲਾਲਾਂ ਦੀਆਂ ਹੱਡੀਆਂ ਪਈਆਂ, ਬਿਰਧ ਮਾਤਾ ਗੁਜਰੀ ਦੀਆਂ ਹੱਡੀਆਂ ਪਈਆਂ। ਉਹਨਾਂ ਦੀ ਮਿੰਜ ਦਾ ਉਹ ਜਿਹੜਾ ਗਾਰਾ ਤੇ ਇੱਟਾਂ ਲੱਗੀਆਂ ਤੇ ਸੰਪੂਰਨ ਮਹਿਲ ਫੇਰ ਉਚਾਰਿਆ ਗਿਆ। ਸੱਚ ਜਾਣਿਓ 42 ਸਾਲ ਦੀ ਉਮਰ ਦੇ ਵਿੱਚ ਮਨੁੱਖ ਜਨਮ ਲੈ ਕੇ 42 ਸਾਲ ਦੀ ਉਮਰ ਦੇ ਵਿੱਚ ਇੱਕ ਮਕਾਨ ਨਹੀਂ ਆਪਣਾ ਖੜਾ ਕਰ ਸਕਦਾ। ਪਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 42 ਸਾਲ ਦੀ ਉਮਰ ਦੇ ਵਿੱਚ ਵੱਡੇ ਵੱਡੇ ਗ੍ਰੰਥ ਲਿਖ ਦਿੱਤੇ ਤੇ ਸਿੱਖੀ ਦਾ ਇਹੋ ਜਿਹਾ ਮਹਿਲ ਬਣਾ ਦਿੱਤਾ, ਇਹੋ ਜਿਹਾ ਸਿੱਖੀ ਦਾ ਬਾਗ ਲਾ ਦਿੱਤਾ
ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਥਾਂ ਥਾਂ ਤੇ ਸਿੱਖੀ ਦੇ ਨਿਸ਼ਾਨ ਚਲਾ ਦਿੱਤੇ, ਜਿਸ ਨਿਸ਼ਾਨ ਨੂੰ ਅਜੇ ਤੱਕ ਕੋਈ ਹਿਲਾਉਣ ਵਾਲਾ ਨਹੀਂ ਜੰਮਿਆ। ਸਾਡੇ ਭਾਰਤ ਖੰਡ ਦੀ ਧਰਤੀ ਦਾ ਨਿਸ਼ਾਨ ਜਿਹੜਾ ਨਾ ਝੰਡਾ ਹੈ, ਜਿਹੜਾ ਉਹ ਇੰਗਲੈਂਡ ਦੀ ਧਰਤੀ ਤੇ ਨਹੀਂ ਝੁੱਲ ਸਕਦਾ। ਭਾਰਤ ਖੰਡ ਦੇ ਤਿਰੰਗਾ ਝੰਡੇ ਜੀ ਦੀ ਮੈਂ ਗੱਲ ਕਰਦਾ, ਉਹ ਇੰਗਲੈਂਡ, ਅਮਰੀਕਾ, ਕੈਨੇਡਾ ਦੀ ਧਰਤੀ ਉੱਤੇ ਨਹੀਂ ਝੁੱਲ ਸਕਦਾ। ਉਧਰਲਾ ਝੰਡਾ ਸਾਡੇ ਇੱਧਰ ਨਹੀਂ ਝੁੱਲ ਸਕਦਾ ਕਿ ਇੰਗਲੈਂਡ ਦਾ, ਅਮਰੀਕਾ ਦਾ, ਫਰਾਂਸ ਦਾ, ਰੂਸ ਦਾ, ਹੋਰ ਵੱਡੇ ਵੱਡੇ ਦੇਸ਼ ਨੇ ਜਿੰਨੇ, ਉਹਨਾਂ ਦਾ ਜਿਹੜਾ ਨਿਸ਼ਾਨ ਹੈ ਉਹ ਇਸ ਧਰਤੀ ਉੱਤੇ ਨਹੀਂ ਝੁੱਲ ਸਕਦਾ। ਇੱਕੋ ਇੱਕ ਖਾਲਸਾ ਪੰਥ ਹੈ, ਇੱਕੋ ਇੱਕ ਗੁਰੂ ਦਾ ਨਿਸ਼ਾਨ ਹੈ। ਜਿੱਥੇ ਮਰਜੀ 10 ਸਿੱਖ ਇਕੱਠੇ ਹੋ ਕੇ ਨਿਸ਼ਾਨ ਸਾਹਿਬ ਚਲਾ ਦੇਣ, ਉਹਨੂੰ ਨਮਸਕਾਰਾਂ ਜ਼ਰੂਰ ਹੋਣਗੀਆਂ, ਪਰ ਉਹਨੂੰ ਕੋਈ ਪੁੱਟ ਨਹੀਂ ਸਕਦਾ, ਉਹਨੂੰ ਕੋਈ ਲਾ ਨਹੀਂ ਸਕਦਾ, ਉਹਦੇ ਖਿਲਾਫ ਕੋਈ ਬੋਲ ਨਹੀਂ ਸਕਦਾ। ਮਾੜਾ ਜਿਹਾ ਬੋਲਿਆ ਸੀ ਕੋਈ ਆ ਮਨੁੱਖ ਹੁਣ, ਤੇ ਉਸੇ ਵਕਤ ਪਬਲਿਕ ਉਧਰਲੇ ਪਾਸੇ ਨੂੰ ਉਲਟ ਗਈ। ਚਲੋ ਖੈਰ, ਕਹਿਣ ਤੋਂ ਭਾਵ ਮੈਂ ਅਰਜ਼ ਕਰ ਰਿਹਾ ਸੀ ਬਈ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਨਿਸ਼ਾਨ ਲਾਇਆ ਹੋਇਆ, ਪੌਣੇ 42 ਸਾਲ ਦੀ ਉਮਰ ਦੇ ਵਿੱਚ ਆਪਣਾ ਪਰਿਵਾਰ 26 ਮੈਂਬਰ ਬਾਹਰ ਦਿੱਤੇ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉਹ ਇਹੋ ਜਿਹਾ ਕੁਝ ਕਰਕੇ ਵਿਖਾ ਦਿੱਤਾ ਜਿਹੜਾ ਦੁਨੀਆ ਦੇ ਲੋਕਾਂ ਤੋਂ ਨਹੀਂ ਹੋਇਆ, ਜਿਹਨੂੰ ਮਹਾਰਾਜ ਜੀ ਕਹਿੰਦੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਰਾਜ ਮੈਂ ਰਾਜ, ਰਾਜੇ ਵੀ ਬੜੇ ਵੱਡੇ, ਜੋਗ ਮੈਂ ਜੋਗੀ, ਜੋਗੀ ਵੀ ਐਡੇ ਵੱਡੇ। ਜੋਗੀਆਂ ਤੋਂ ਭਾਵ ਬੈਠ ਕੇ ਤਪ ਕਰਨਾ 400 ਸਾਲ 4 ਯੁੱਗ। ਹੇਮਕੁੰਡ ਨਾਮੇ ਪਹਾੜ ਦੇ ਉੱਤੇ ਬੈਠ ਕੇ ਤਪ ਕਰਿਆ, ਜਿਹਨੂੰ ਮਹਾਰਾਜ ਜੀ ਕਹਿੰਦੇ ਹੇਮਕੁੰਟ ਪਰਬਤ ਹੈ ਜਹਾਂ ਸਬਤ ਸਰਿੰਗ ਸੋਭਤ ਹੈ ਤਹਾਂ। ਜੇ ਜੋਗੀ ਵੇਖੀਏ ਬੜੇ ਵੱਡੇ, ਰਾਜੇ ਵੇਖੀਏ ਉਹਨਾਂ ਵਰਗਾ ਕੋਈ ਰਾਜਾ ਨਹੀਂ। ਵੱਡੇ ਵੱਡੇ ਰਾਜੇ ਮਹਾਰਾਜੇ ਹੋਏ, ਉਹਨਾਂ ਦੀਆਂ ਕਲਗੀਆਂ ਵੀ ਆ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਅੱਗੇ ਝੁਕ ਜਾਂਦੀਆਂ ਸੀ। ਤੇ ਸਵਾ ਲੱਖ ਤੋਂ ਘੱਟ ਕੋਈ ਚੀਜ਼ ਨਹੀਂ ਸੀ। 22 ਹਜ਼ਾਰ ਦੀ ਚਾਦਰ ਜਿਹਦੇ ਉੱਤੇ ਮਰਜੀ ਆਰਾਮ ਕਰਦੇ ਹੋ ਵਿਛਦੀ ਹੁੰਦੀ। 22 ਹਜ਼ਾਰ ਉਹਨਾਂ ਸਮਿਆਂ 'ਚ ਜਦੋਂ ਸਾਡੇ ਬਜ਼ੁਰਗ ਕਹਿੰਦੇ 1 ਪੈਸੇ ਦਾ ਮੁੱਲ ਹੁੰਦਾ, 1 ਪੈਸਾ। ਤੇ ਕਿੱਡੇ ਕੁ ਵੱਡੇ ਤਕੜੇ ਸੀ ਫਿਰ ਮਹਾਰਾਜ। ਤੇ ਉਹਨਾਂ ਦੀ ਬਾਬਤ ਫਿਰ ਸੁਖਮਨੀ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ बड़े प्यार दे विच आके लिखना कर दिता। जी कहंदे मेरा कलगियां वाला जी राज में राजा जोग में जोगी, मेरा कलगियां वाला जी राज में राजा जोग में जोगी। राजा जोग में जोगी मेरा कलगियां वाला जी राज में राजा जोग में जोगी, राज में राजा जोग में जोगी मेरा कलगियां वाला जी राज में राजा जोग में जोगी। धन श्री गुरु गोबिंद सिंह महाराज जी ਅੱਜ ਵਾਲੇ ਦਿਨ ਭਾਈ ਗਲਾਬੇ ਤੇ ਪੰਜਾਬੇ ਦੇ ਖੂਹ ਦੇ ਉੱਤੇ ਮਾਛੀਵਾੜ ਦੇ ਜੰਗਲਾਂ ਵਿੱਚ ਮਹਾਰਾਜ ਜੀ ਪਏ ਨੇ। ਟਿੰਡ ਸਰਾਣਾ ਹੈ, ਥੱਲੇ ਵੀ ਕੋਈ ਵਸਤਰ ਨਹੀਂ, ਉੱਤੇ ਵੀ ਕੋਈ ਵਸਤਰ ਨਹੀਂ, ਪਾਏ ਹੋਏ ਵਸਤਰ ਵੀ ਮਹਾਰਾਜ ਦੇ ਪਾਟੇ ਹੋਏ ਨੇ, ਚਰਨਾਂ ਵਿੱਚ ਜੋੜਾ ਵੀ ਨਹੀਂ ਹੈ। ਜਿਹੜੀ ਮਹਾਰਾਜ ਦੇ ਕੋਲੇ ਤਲਵਾਰ ਹੈ ਉਹਦੇ ਉੱਤੇ ਵੀ ਮਿਆਨ ਨਹੀਂ, ਬਿਨਾਂ ਮਿਆਨ ਤੋਂ ਤਲਵਾਰ ਹੈ। ਤੇ 3 ਸਿੱਖਾਂ ਦੇ ਨਾਲ ਮਹਾਰਾਜ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ਚਮਕੌਰ ਤੋਂ ਨਿਕਲ ਕੇ ਸਿੱਧਾ ਬਹਿਲੋਲਪੁਰ ਪਿੰਡ ਪੂਰਨ ਮਸੰਦ ਉਹਦੇ ਘਰ ਗਏ। ਮਹਾਰਾਜ ਜੀ ਇਤਿਹਾਸ ਕੱਲੂ ਤੁਹਾਡੇ ਨਾਲ ਅੱਗੇ ਆਉਣ ਵਾਲੇ ਦਿਨਾਂ ਸਾਂਝਾ ਕੀਤਾ ਜਾਵੇਗਾ। ਅੱਜ ਧੰਨ ਮਾਤਾ ਗੁਜਰੀ ਜੀ ਛੋਟੇ ਗੁਰੂ ਕੇ ਲਾਲ ਮਰੰਡੇ ਤੋਂ ਚੱਲੇ, ਗੱਡਿਆਂ ਵਿੱਚ ਬਿਠਾਏ ਨੇ। ਤੇ ਧੰਨ ਮਾਤਾ ਗੁਜਰੀ ਜੀ ਉਹਨਾਂ ਨੂੰ ਪਤਾ ਵੀ ਇਹ ਆਉਣ ਵਾਲਾ ਸਮਾਂ ਜਿਹੜਾ ਬੜਾ ਭਿਆਨਕ ਹੈ। ਤੇ ਧੰਨ ਮਾਤਾ ਗੁਜਰੀ ਜੀ ਉਹਨਾਂ ਲਾਲਾਂ ਨੂੰ ਬੜੇ ਪਿਆਰ ਵਿੱਚ ਆ ਕੇ ਸਮਝਾਉਣਾ ਕਰਦੀ ਹੈ, ਲਾਲ ਜੀ ਇਹ ਸਮਾਂ ਜਿਹੜਾ ਬੜਾ ਅੱਗੇ ਭਿਆਨਕ ਹੈ ਤੇ ਕਿਰਪਾ ਕਰਿਓ ਤੁਹਾਡੇ ਉੱਤੇ ਬੜੇ ਕਰੜੇ ਪਰਚੇ ਪੈਣਗੇ।
तुसी अपने पिता अपने दादा गुरु तेग बहादुर महाराज की चिट्टी पग बनी हुई सी महाराज के सिर ते, उन्होंने किते दाग न ला दिओ। ते धन माता ते लाल गड्डे विच बैठा के कल वाला दिन जिहड़ा 10 पोह दा लंघिया अगे ले जाते ने। कल भी मैं अज करी सी, बाबे फतेह सिंह ने आख्या माता इउं लगदा जिवें अपना वो आनंदपुर साहब आ गया। देखो किवें गुंबज चमकदे ने, किवें रौनक लगी हुई है। माता गुजरी जी कहन लगे लाल जी ये रौनक नहीं है, ये तो एक हनेरे दा प्रतीक है। हनेरा पै जाना इस सरहंद की धरती विच। नेड़े पहुंचे, गड्डे विचों बाहर सिर कढ़ के धन बाबा फतेह सिंह ने कल वाली धारना दोहरा ली। फिर बाबा जी कहन लगे माता गुजरी जी दे नाल गल्लां करदे आ, छोटा पुत्र है वध प्यारा हुंदा है, गोदी विच लैके बैठी है माता। ते धन बाबे फतेह सिंह ने कहा वो की कहंदे ने, ये तां दीदियां सरहंद दियां माड़ियां आनंदपुर दूर रह गया। ये तां दीदियां सरहंद दियां माड़ियां आनंदपुर दूर रह गया। दीदियां सरहंद दियां माड़ियां आनंदपुर दूर रह गया। ओ दीदियां सरहंद दियां माड़ियां आनंदपुर दूर रह गया। दीदियां सरहंद दियां माड़ियां आनंदपुर दूर रह गया। ए दीदियां सरहंद दियां माड़ियां आनंदपुर दूर रह गया। धन माता गुजरी जी कहन लगे लाल जी ओ आनंदपुर साहब तुहाडे दादे दा वसाया होया, तुहाडे पिता दियां रौनकां लगियां, गुरु गोबिंद सिंह महाराज दियां वो तां बहुत दूर रह गया। ये तां गुरु मारी सरहंद है, गुरु मारी। ते धन कलगीधर पातशाह महाराज दे लाल फिर शाम दा वक्त होया 10 पोह दा, कल दा दिन जिहड़ा कल बीत गया। शाम दा वक्त होया फिर कलगीधर पातशाह महाराज जी दे साहिबजादे ओ सरहंद दी धरती उत्ते पहुंच गए। फिर बाहरले पासे दूर सूबा सरहंद दी कचहरी तो दूर एक पिपल का दरखत सी। उस पिपल के दरखत के थले माता नूं ते साहिबजादियां नूं बिठाया गया। फिर उधर खबरां सारे पहुंच गईयां, सरहंद की धरती ते भी पहुंच गईयां। सुच्चा आनंद नूं फिर पहला भेजिया, सब तो पहला हिंदू सी, भावे वो हिंदू घराणे नाल संबंध रखदा सी। उस सुच्चा आनंद नूं पहला पहुंचाया माता कोले, साहिबजादियां कोले जाके तफ्तीश करके आओ, पता करके आओ भी उही गुरु के लाल ने जां होर कोई फड़ ले आंदे। फिर सुच्चा आनंद आया, आके माता गुजरी ते साहिबजादियां नूं वेखिया, क्योंकि सुच्चा आनंद दे मन विच कोई होर स्कीम सी। बड़ा बाबा अजीत सिंह ते बाबा जुझार सिंह जी ये चाहता सी वो दोनों साहिबजादियां नूं मैं अपनियां लड़कियां दा रिश्ता कर सकां। पुत्र बड़े सोहणे ने, राज घराणे दे ने, वो इदू वड्डा राज की हो सकता, मैं अपनियां दोनों लड़कियां कलगीधर पातशाह महाराज दे बड़े फरजंदा नूं विआह दियां। ये मन विच सी, कुटल सी उहदे विच। ते कलगीधर पातशाह महाराज जी ना लोटाए, मन विच ये भी ईरखा सी।
ਤੇ दूसरा विद्वान लिखता है भी ਉਹ ਸੁੱਚਾ ਨੰਦ ਜਦੋਂ गुरु अर्जन देव महाराज ਨੂੰ शहीद किया गया है ना, दीवान चंदू दी अंश बंश सी अगे। गुरु अर्जन देव महाराज ने मेरी लड़की का रिश्ता लैण तो इनकार कर दिता ते मन विच वो भी ईरखा सी, साडे वड्डे पुरखे सी। एक पासे वो 22 धार दे पहाड़ी राजा नूं कढ के लिआउंदे ने ते दूसरे पासे उही जिहड़ा ना उहदी औलाद अगे जाके फिर महाराज दे नाल अकारण बैर करदे ने। जाके फिर सूबा सरहंद नूं संदेशा दिता गया, हाँ ये कलगीधर पातशाह महाराज दी माता है ते उन्हां दे साहिबजादे ने। अज दा दिन जिहड़ा आ लंघ रिहा है 11 पोह दा, जदों ये गल कही गई फिर कहंदे इउं करो, इन्हां दी जिहड़ी माता है ना दादी, जिथे अपना बुरज बनया होया ठंडा, उहदे आले दुआले दी स्वर्णी नदी चलदी हुंदी सी। रब दे फकीरां दी खोज है, वो नदी चलदी सी, उहदा नाम सी स्वर्णी नदी। बहुत दूर तक विशाल जिहड़ा उहदा आकार सी उस नदी दा, ते उहदे जमा कंढे दे उत्ते ये जिहड़ा जिन्हों अज ठंडा बुरज आख्या जाता है, ये बनया होया सी। जो गर्मियों में उत्थे सूबा सरहंद बहिंदा सी, कहते गर्मियों में भी कपड़ा लेना पैंदा सी उत्थे बैठ के, इन्नी जिहड़ी है वो हवा ठंडी लगती सी। उपर तहां ऊंची जगह ते बनया होया सी। अज तां बेड़ा बह गया साडे बाबे कारसे वालियां दा, सब मलिया मेट कर दिता। पुरानियां यादां जितनियां सी साडियां ढा ढा के मिट्टी विच मिला दित्तियां। ये ओहदी जिहड़ी अबदाली दी लाद ने, पुरानी याद कोई नहीं दिसी, कोई भी नहीं रही। चमकौर दी गड़ी पुरानी, मैं उदों निक्का जा बाबे संत बाबा गुरदेव सिंह जी बटोखिया नाल गया सी, उस वक्त मैं वेख्या जी तां नक्शा ही होर बना दिता। की लैना सी इन्हां पत्थरां तो, एडा एडा पत्थर चढ़िया पिया गुरुद्वारियां विच, ना वो सियाल विच काम आवे ते ना वो पत्थर गर्मियों विच काम आवे। जेठ हाड़ की धुप के उस पत्थर उत्ते तुर के विखाओ, ते आप माघ दी रातां विच उस पत्थर के उत्ते किते तुर के विखाओ। पत्थर ही पत्थर लाता, लोगों के दिल भी पत्थरां वर्गे बन गए। पहला पुराने समय में साडियां भैणां वो मिट्टी फेरदियां हुंदियां कच्ची, ते मनुखां दे हिरदे भी बड़े वधिया हुंदे। अज पत्थर उत्ते तुरदे, पत्थर ते घस घस के वो हिरदा भी पत्थर वर्गा ही बन गया। ये जिन्ने गुरुद्वारे इन्होंने पुराने समय में ढाहे ने ना, जो बना रहे ने, जिहड़ी पर पुरानी याद सी ना साडी, वो सारी मलिया मेट कर दी ढा के। इट्टां दे विच इट्टां मारियां ते ओ असी आउण वाली साडी औलाद नूं, साडे बच्चों नूं दिखाउणा सी ये ओही पुरातन ठंडा बुरज है। अज भावे इट्टां उट्टां जिहियां ला के तां बनाई जांदे ने, उहदी शक्ल जी होर बनाई जांदे ने, पर वो गल नहीं बनदी। ते जिहड़ा किते वो समा वेखना सी भी आ बुरज दे विच साडी माता ते साडे साहिबजादे बैठे सन। माता नूं कल्ली नूं बुरज विच बंद कर दिता ते साहिबजादियां नूं नहीं कलिया करिया। पहले दिन इतिहास विच ये जिक्र मिलदा है। अगे बड़े विद्वान बैठे ने, चलो जे कोई मनुख कहे भी मैं सारा इतिहास सुना दिया, नहीं सुना सकता। ते धन कलगीधर पातशाह महाराज दे साहिबजादियां नूं फिर सूबा सरहंद ने अपनी कचहरी लाई, अलग अलग कर दिता। माता नूं अलग, दोने लाला नूं अलग कर दिता। ते धन माता गुजरी जी नूं बुरज विच ते साहिबजादियां नूं सूबा सरहंद दी कचहरी वल लैके जा रहे ने दोनों लाल, वो जिहड़े सिपाही ने। ते धन गुरु के लाला ने कचहरी विच पहुंचदियां ही इधर बाबा मोती मेहरा जी नूं पता लग्या भी गुरु के लाल, कई बहुते कहते ने उहदे नौकरी करता सी, चलो अपना किता करके कोई ना कोई तां ढिड पालना ही है। ते धन बाबे मोती मेहरे नूं वे खबर पहुंच गई, गुरु के लाल सूबा सरहंद दी कचहरी विच है, माता गुजरी ठंडे बुरज विच है, घर वाली बीबी बच्चे, भाई नारायणा बाबे मोती मेहरे दा पुत्र, ओदे घर वाली बीबी ते माता। पिता नहीं है, पिता कलगीधर पातशाह महाराज दे
उस मैदाने जंग में आनंदपुर साहब की धरती ते शहीद हो गए सी बाबे मोती महरे का जिहड़ा पिता सी भाई हरा सिंह जी। उन्हों का नाम भाई हरा जी करके आया है। वो आनंदपुर साहब की धरती उत्ते शहीद हो गए जेड़े बाबा हिम्मत सिंह जी के सके भरा सी भाई हरा सिंह जी। सानू पंज प्यारिਆਂ विच भी माण मिले है। जदों पंज प्यारिਆਂ की चोण हुई तीजे नंबर ते साडे बाबा हिम्मत सिंह जी सन। बाबे हिम्मत सिंह जी के सके भरा सी भाई हरा सिंह जी ते उन्हां दा पुत्र सी अगे बाबा मोती राम जी महरा। ये शहादतां दा भरिया होया दिन है ते धन बाबे मोती महरे ने फिर किया। पता लग्या ना माता ने प्रसाद छकिया ते ना माता ने कोई जल पानी छकिया, कुछ नहीं छकिया। तन ते कोई वस्त्र नहीं है। वो बेचारी बैठी भी दुखा मारी अज ठंड दे विच है बुरज दे उत्ते। साहिबजादियां नूं कचहरी विच अज वाले दिन अज 11 पोह है जदों लैके गए गेट खुला है कचहरी सजी हुई है। जाके गुरु के खालसिया ने गज बज के फतेह बुलाई जिन्हों कलगीधर पातशाह महाराज ने कहा जदों सिख नूं सिख मिले फिर करना की चाहिए। अज तो सिख नूं सिख देख के राजी नहीं है, बस नफरती इन्नी भरी फिरदा पता नहीं कारण की है। कलगीधर पातशाह महाराज दे 52 हुक्मनामे पढ़ो उन्हां विच लिखिया है। महाराज जी कहंदे 4 मिले 64 सिखिले 20 मिले कर जोड़। सिख नूं जद सिख मिले खिड़ जे 7 करोड़। 4 मिले दा भाव की है? एक मनुख इधर हो गया एक अगो हो गया, ओदे 2 हाथ इधरले 2 हाथ उधरले दे 4 मिले। 4 हाथ हो गए ना, 2 इधरले मनुख दे 2 हाथ बन के फिर फतेह बुलाउंदा। 4 मिले 64 सिखिले 4 तो हाथ हो गए 64 32 दूना 64 32 दंद हर एक मनुख के मुख विच हुंदे ने। कहंदे जदों गज के फतेह बुलाऊ ना 4 मिले 64 सिखिले 32 दंदां विच दी वाहिगुरू दी आवाज आऊगी 64 दंद खिड़ गए ऐ खेड़े विच आ गए। 4 मिले 64 सिखिले 20 मिले कर जोड़। 2 हत्थां दियां 10 उंगलियां हो गईयां, 4 हत्थां दियां 20 उंगलियां हो गईयां। 4 मिले 64 सिखिले 20 मिले कर जोड़। कर नाम हत्थां दा है। कहंदे जदों हत्थ जोड़ांगे 20 उंगलां कट्ठियां हो गईयां। कहंदे फिर जद सिख नूं जद सिख मिले कहंदे ऐ चेहरा खिड़िया होवे। फिर सिख नूं जद सिख मिले खिड़ जे 7 करोड़। 7 करोड़ 3.5 करोड़ रोम हर एक मनुख के शरीर उत्ते है। 3.5 करोड़ रोम। जदों 3.5 करोड़ रोम दे विच दी वाहिगुरू दी आवाज आई कहंदे खिड़ जे 7 करोड़ 3.5 करोड़ उधर हो गया 3.5 करोड़ इधर रोम हो गया। ते उन्हां विचों भी वाहिगुरू दी आवाज आउंदी है। 4 बारी वाहिगुरू दा शब्द निकलदा है। ते ये जाके फतेह कलगीधर पातशाह महाराज जी ने जाके ओ छोटे लाला ने गज के आखिया लाला गज के फतेह बुलाई 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 गज के फतेह बुलाई लाला गज के फतेह बुलाई जी गज के फतेह बुलाई लाला 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 गज के फतेह बुलाई। ओ भाजड़ो बैरियां नूं पाई भाजड़ो बैरियां नूं पाई बैरियां नूं पाई पाजड़ बैरियां नूं पाई पाजड़ बैरियां नूं पाई पाजड़ बैरियां नूं पाई। धन गुरु के लाल जदों कचहरी विच पहुंचे गज के फतेह बुलाई उन्होंने वाहिगुरू जी का खालसा वाहिगुरू जी की फतेह। सारी कचहरी दंग रह गई देख के। बच्चे छोटे छोटे ने सुनिया सी 7 ते 9 साल दे ने देखण नूं भी छोटे छोटे लगते ने
पर देखो किड्डे हौसले बुलंद ने। जदों फतेह बुलाई फिर सुच्चा नंद नेड़े हो गया। बच्चों की बांह फड़ के कहन लग्या, लाल जी ये सूबा सरहंद की कचहरी है, ये आनंदपुर साहब वाला दरबार नहीं है। इत्थे तां केवल ते केवल सलाम बुलाई जाती है। पुत्रो बच्चों पहला दिन सी ना, शाम दाम दंड भेद ये राजनीति के 4 अंग ने। पहला दिन जान के बड़े प्यार दे विच आके कहंदे, बच्चों ये सूबा सरहंद की कचहरी है, ये दुनिया का जैतू बादशाह है, दिल्ली के बादशाह दे नाल मिलिया होया है। दिल्ली के बादशाह दी बड़ी गल मन्नी जाती है इत्थे। ते बड़ा भाव कहण तो बहुत कुछ दसिया, पर गुरु के लाल कहन लगे, सूबा सरहंद सानू साडे कलगीधर पातशाह महाराज दा हुक्म है, सभा विच जाना होवे, जदों भी कोई तुहानू तुहातों बड़ा मिले ओदी फतेह दे नाल सांझ करनी है। पहला दिन सी, बड़ा समझाया, लाल जी ये सूबा सरहंद तुहाडे पिता गुरु गोबिंद सिंह महाराज जी मैदाने जंग विच शहीद हो गए। तुहाडे बड़े भरा बाबा अजीत सिंह जी महाराज, बाबा जुझार सिंह जी, वह भी मैदाने जंग विच शहीद हो गए। ते तुहाडियां जड़ियां माता ने पता नहीं किधरले पासे चलियां गईयां, शायद किते शहीद ना हो गया, हुण तुहानू हुण नहीं कोई मिलदा। फिर धन बाबे फतेह सिंह ने अज वाले दिन पता की जवाब दिता, कहंदे साडे पिता नू शहीद करना तां इस तरह की गल है जिवें कोई सूरज की रोशनी कासे विच बंद करनी चाहुंदा होवे, भी यार सूरज की रोशनी है, इनू आपां कासे विच कैद कर लीए। साडे पिता नू शहीद करन वास्ते हजे तक कोई तलवार ही नहीं बनी है जिहड़ी साडे पिता नू शहीद कर देवे। हाँ गल जिहड़ी है साडे वड्डे भरावां दी, वो चमकौर दी गड़ी विच जरूर शहीद हो गए होणगे मैदाने जंग विच, पर धन उन्हां दी जिहड़ी कुर्बानी है उन्होंने असी नमस्कार करते हैं, उन्होंने असी सजदा करते हाँ। बड़ा समझाया वो करो तुसी बच्चो, जिहड़े ना इस्लाम कबूल कर लो, तुहानू बेगमां दे डोले आ महल जिहड़ा तुहाडा सारा दिता जाना है। धन बाबा जोरावर, धन बाबा फतेह सिंह महाराज जी कहन लगे, ये लालच किसी नू होर दिओ। वो साडा पिता तो एडा जोधा महान है जिहदे कोल 1.25 लाख तो घट कोई चीज नहीं है। भाव कहण तो बहुत समझाया, 2-3 घंटे ला के भी समझाया गया, पर लाल एक गल ते अड़े रहे। वो कहंदे रहे, कहंदे सानू साडा धर्म प्यारा है, तुहानू तुहाडा धर्म प्यारा है, असी अपने धर्म दे विच हाँ सूबिया, जे एक बारी तेरा सी धर्म इस्लाम कबूल कर लिया कि फिर सानू मौत नहीं आउणी। सूबा सरहंद कहन लगा, बच्चों मौत तो एक टल है, सच्चाई है तो आउणी आउणी है। धन बाबा जोरावर ते धन बाबा फतेह सिंह अज वाले दिन कहन लगे, फिर असी ये नहीं कर सकते। कहा भी बड़ा सूबा सरहंद ने, क्यों जान गवाने हो बच्चों मन लो मेरा कहना, क्यों जान गवाने हो बच्चों मन लो मेरा कहना, क्यों जान गवाने हो बच्चों मन लो मेरा कहना, क्यों जान गवाने हो बच्चों मन लो मेरा कहना, बच्चों मान लो मेरा कहना, क्यों जान गवाने हो बच्चों मान लो मेरा कहना। असी पुत गोविंद सिंह दो सूबिया कह ले जो कुछ कहना, असी पुत गोविंद सिंह दो सूबिया सिक्खी सदक विच रहना, असी पुत गोविंद सिंह दो सूबिया सिक्खी सदक विच रहना, असी पुत गोविंद सिंह दो सूबिया सिक्खी सदक विच रहना, असी पुत सूबिया सिक्खी सदक विच रहना, असी पुत गोविंद सिंह दे सूबिया सिक्खी सदक विच रहना। क्यों जान गवाउने हो, क्यों जान गवाउने
मेरा कहना क्यों जान गवाउने हो बच्चों मन लो मेरा कहना क्यों जान गवाउने हो बच्चों मन लो मेरा कहना क्यों जान गवाउने हो बच्चों मन लो मेरा कहना क्यों जान बच्चों मन लो मेरा कहना जी क्यों जान गवाउने हो मन लो मेरा कहना। बस फिर 2-3 घंटिਆਂ ਦੇ ਸਮਝਾਉਣ ਦੇ ਬਾਵਜੂਦ ਜਦੋਂ ਸਾਹਿਬਜ਼ਾਦੇ ਨਾ ਮੰਨੇ फिर माता गुजरी जी कोले ठंडे बुरज में सब तो पहला मुबारक चरण माता गुजरी ने पाए सी उस ठंडे बुरज विच ते अगला फिर 2-3 घंटियां बाद उन्हां साहिबजादियां नूं सख्ती दे नाल बड़े पहरे दे नाल माता गुजरी कोले पहुंचा दिता। माता गुजरी ने पूछे लाल जी कचहरी विच गए सी? हाँ माता कचहरी विच गए सी। फिर की पूछया? उत्थे एक सूबा सरहंद बैठा सी अपने आप नूं वड्डा राजा कहूंदा सी ते माता जी उहने सानू बड़ा कहा तुसीं आ सिੱਖੀ धर्म छड्ड दिओ तुहानू बड़े सानू लालच भी दिते तुहानू बेगमां दे डोले दिते जाणगे तुहाडे नाल वड्डियां जगीरां लवाईयां जाणगीਆਂ ते आ जिहड़ा महल है सारा तुहानू दिता जाना पर एक बारी सिੱਖੀ धर्म छड्ड दिओ। मैं अर्ज करदा सी करबला दे जंग विच हुसन ते हुसैन शहीद होए 2 मुसलमान मुहम्मद साहब दे दोते उन्हां अगे कोई भी ऑफर नहीं रखी गई इस तरह कोई शर्त नहीं रखी गई भी तुसीं तुहानू आ कुछ दे दांगे तुहानू आ कुछ दे दांगे ते बस वो सीधा ही शहीद किए गए। पर साहिबजादियां दे अगे एक दिन नहीं 3 दिन लगातार मनाउंदे रहे 3 दिन तुहानू आ भी कुछ दे दांगे तुहानू आ भी कुछ दे दांगे पर धन गुरु के लाला ने ठोकर मार दी सारे का सिर असी ये कुछ नहीं लेना असी केवल ते केवल सिੱਖੀ ही लेनी है सानू सिੱਖੀ जान तो प्यारी है। फिर धन बाबा मोती महरे ने अपने घर दे विचों अज पहला दिन है संगत ने कल बहुत सेवा की है अज पहले दिन एक गड़बा भर के दुध का ते घर विचों धन पदार्थ चुकिया मोहरा चुक लिया घर दे विचों अपने घर वाली बीबी दे गहने भी चुक ले पता सी उन्होंने नाल दे दा पता हुंदा है भी वो भुखे बघियाड़ खड़े ने अगे उन्हां दा मुख भरना पऊगा। बाबे मोती महरे ने दुध का एको ही गड़बा लैके धन माता गुजरी जी दे कोले जदों जान लग्या कि सिपाहियां ने रोक लिया किधर चले हैं? मैं माता जी नूं दुध पियाउण वास्ते चलिया। वो तैनूं पता नहीं हुकूमत का डर नहीं तैनूं जे सूबा सरहंद नूं पता लग्या तैनूं कल्ले नूं नहीं तेरे सारे परिवार नूं मार दूगा। ते धन बाबा मोती महरा जी कहने लगे मोहे मरने का चौ है बरो तहर के द्वार मत हर पूछे कौन है परा हमारे बार। ओ मैनू मौत दा तां कोई डर ही नहीं है पर मेरी एको एक शर्त है पहला मैं ये बच्चों की सेवा कर ला उदू बाद भावे मौत आ जाए मैनू कोई डर नहीं है। ते धन बाबा मोती महरे ने फिर स्वर्ण मुंदरा सोने दी मुंदरा कढ़ के दित्तियां एक गड़बा दुध का 5-10 मुंदरा वो जड़ियां स्वर्ण मुंदरा सी पैसे सी जेडे भाव कहण तो वो बाबे मोती महरे ने दिते। ते अज सोने की मोहर किन्ने दी है ते उदों किन्ने दी होनी है 10 मोहरां दा अज तुसीं अंदाजा ला के वेखो किन्ने दियां होणगीਆਂ 10 मोहरां अज सोने दियां ते एक गड़बा दुध का 10 मोहरां दे बदले विकिया सी। बोलो सतनाम श्री वाहिगुरू। असी भी संगत ने कल मैनू बहुत मन विच चाह होया इस गल दा एक खुशी भी हुई मन विच जे भावे जिथे अज वैराग दे दिन चलदे ने उत्थे खुशी भी इस गल दी हुई जदों शाम नूं दोजी आया ना बहुत भैणां ने मेरियां ने साडा अपना परिवार है सारा इस करके मैं अर्ज करदियां असीं इत्थे ग्रंथी बन के नहीं रहिंदे किसी दे मन विच होवे भी बाबा ग्रंथी है नहीं असी इत्थे परिवारक तौर पर रहने भी साडा अपना परिवार है सारा ये साडे धीआं ने साडे पुत्र ने ते मन विच इन्नी खुशी हुई
ਵੀ ਜਦੋਂ ਉਸ ਦੋਜੀ ਤੋਂ ਕਿਸੇ ਨੇ ਇੱਕ ਗੜਬੀ ਦੁੱਧ ਦੀ, ਕਿਸੇ ਨੇ ਇੱਕ ਡੋਲੂ ਦੁੱਧ ਦਾ ਭਰ ਕੇ ਮੁੱਲ ਲੈ ਕੇ ਫੇਰ ਮੇਰੇ ਉਹੀ ਸੀਨ ਯਾਦ ਆ ਗਿਆ। ਉਹ ਧੰਨ ਬਾਬਾ ਮੋਤੀ ਮਹਿਰਾ ਜੇ ਤਾਂ ਐਡਾ ਵੱਡਾ ਕੰਮ ਕੀਤਾ ਤੇ ਆ ਦੇਖ ਅੱਜ ਸੰਗਤ ਤੇਰੇ ਪਿਆਰ ਨੂੰ ਮੁੱਖ ਰੱਖਦੇ ਹੋਏ ਅਸੀਂ ਆਪਣੇ ਵਾਸਤੇ ਨਹੀਂ ਮੰਗਦੇ, ਸਾਡੇ ਜੋਗਰ ਤਾਂ ਡਾਲੀ ਚ ਆ ਜਾਂਦਾ। ਪਰ ਆ ਜਿਹੜੀ ਸੰਗਤ ਬੈਠੀ ਹੈ ਨਾ, ਇਹਨਾਂ ਦੇ ਵਿੱਚੋਂ ਧੰਨ ਮਾਤਾ ਗੁਜਰੀ ਜੀ ਵਿਖਦੀ ਹੈ। ਇਹਨਾਂ ਭਰਾਵਾਂ ਵਿੱਚੋਂ ਧੰਨ ਬਾਬਾ ਜੋਰਾਵਰ, ਧੰਨ ਬਾਬਾ ਫਤਿਹ ਸਿੰਘ ਜੀ ਮਹਾਰਾਜ ਦਿਖਦੇ ਹਨ। ਇਹ ਦੁੱਧ ਉਹਨਾਂ ਦੀ ਹਾਜ਼ਰੀ ਦੇ ਵਿੱਚ ਲੱਗ ਜਾਵੇ ਤੇ ਜਦੋਂ ਕਿਸੇ ਨੇ ਉਹ ਲਿਆਂਦਾ ਹੋਇਆ ਦੁੱਧ ਬਣਿਆ ਹੋਇਆ ਪ੍ਰਸ਼ਾਦ ਕਿਸੇ ਦੇ ਅੰਦਰ ਚਲਿਆ ਗਿਆ ਤੇ ਉਹਦੇ ਪਤਾ ਹੀ ਨਹੀਂ ਕਿੰਨੇ ਕੁ ਪਾਪ ਕੱਟੇ ਜਾਣਗੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਰਕੇ ਬਹੁਤ ਵੱਡਾ ਤੁਹਾਡਾ ਵੱਡਾ ਸਹਿਯੋਗ ਹੈ ਭਾਈ। ਸੰਗਤ ਬਾਤ ਹੀ ਮੰਗਦੇ, ਸੰਗਤ ਨਹੀਂ ਛਕਣਾ ਹੈ। ਇਸ ਕਰਕੇ ਧੰਨ ਬਾਬੇ ਮੋਤੀ ਮਹਿਰੇ ਨੇ ਫਿਰ ਉਹ ਇੱਕੋ ਹੀ ਗੜਬਾ ਦੁੱਧ ਆ, ਉਹ ਤਿੰਨੇ ਦਿਨ ਹੀ ਧਾਰਨਾ ਦੁਹਰਾਉਣੀ ਹੈ। ਪਿਆਰ ਦੇ ਵਿੱਚ ਆ ਕੇ ਬਾਬੇ ਮੋਤੀ ਮਹਿਰੇ ਨੇ ਰੱਖ ਤਲ ਜਾ ਕੇ ਗੜਬਾ ਉਹ ਦੁੱਧ ਦਾ ਤੇ ਕਿਹਾ ਮਾਤਾ ਗੁਜਰੀ ਨੂੰ, ਇੱਕ ਦੁੱਧ ਦਾ ਗੜਬਾ ਹਾਜ਼ਰ ਹੈ, ਦੁੱਧ ਦਾ ਗੜਬਾ ਹਾਜ਼ਰ ਹੈ, ਦੁੱਧ ਦਾ ਗੜਬਾ ਹਾਜ਼ਰ ਹੈ, ਇੱਕ ਦੁੱਧ ਦਾ ਗੜਬਾ ਹਾਜ਼ਰ ਹੈ, ਦੁੱਧ ਦਾ ਗੜਬਾ ਹਾਜ਼ਰ ਹੈ, ਦੁੱਧ ਦਾ ਗੜਬਾ ਹਾਜ਼ਰ ਹੈ। ਉਹ ਤੁਸੀਂ ਛਕੋ ਛਕਾਵੋ ਲਾਲਾ ਨੂੰ, ਛਕੋ ਛਕਾਵੋ ਲਾਲਾ ਨੂੰ, ਇੱਕ ਦੁੱਧ ਦਾ ਗੜਬਾ ਹਾਜ਼ਰ ਹੈ, ਦੁੱਧ ਦਾ ਗੜਬਾ ਹਾਜ਼ਰ ਹੈ, ਛਕੋ ਛਕਾਵੋ ਲਾਲਾ ਨੂੰ, ਇੱਕ ਦੁੱਧ ਦਾ ਗੜਬਾ ਹਾਜ਼ਰ ਹੈ, ਇੱਕ ਦੁੱਧ ਦਾ ਗੜਬਾ ਹਾਜ਼ਰ ਹੈ, ਛਕੋ ਛਕਾਵੋ ਲਾਲਾ ਨੂੰ, ਦੁੱਧ ਦਾ ਗੜਬਾ ਹਾਜ਼ਰ ਹੈ, ਇੱਕ ਦੁੱਧ ਦਾ ਗੜਬਾ ਹਾਜ਼ਰ ਹੈ। ਧੰਨ ਮਾਤਾ ਗੁਜਰੀ ਜੀ ਨੇ ਦੁੱਧ ਛਕਿਆ ਅੱਜ ਵਾਲੇ ਦਿਨ ਤੇ ਆਪਣੇ ਛੋਟੇ ਲਾਲਾ ਨੂੰ ਛਕਾਇਆ। ਵੱਡੇ ਭਾਗ ਨੇ ਭਾਈ ਤੁਹਾਡੇ। ਦਾਸ ਦੀ ਨਿੱਕੀ ਜੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਤੇ ਅਗਲੀ ਬੇਨਤੀ ਹੈ ਜਿਹੜੇ ਸੇਵਾਦਾਰ ਨੇ ਭਾਈ, ਇੰਨਾ ਹੱਥ ਬੰਨ ਕੇ ਨੀਕ ਨਿਮਰਤਾ ਵਿੱਚ ਆ ਕੇ ਦੁੱਧ ਛਕਾਇਓ। ਤੁਸੀਂ ਇਹ ਨਾ ਕਿ ਅਸੀਂ ਸੰਗਤ ਨੂੰ ਦੁੱਧ ਛਕਾ ਰਹੇ ਹਾਂ, ਮਨ ਵਿੱਚ ਇੰਨੀ ਭਾਵਨਾ ਹੋਵੇ। ਇਹ ਨਾ ਕਹੇ ਵੀ ਇਹ ਫਲਾਣੀ ਭੈਣ ਬੈਠੀ ਹੈ, ਫਲਾਣੀ ਬੀਬੀ ਬੈਠੀ ਆ, ਭਾਈ ਹੋਰ ਬੈਠਾ ਹੋਰ ਬੈਠਾ। ਤੁਹਾਡੇ ਮਨ ਵਿੱਚ ਇਹ ਹੋਵੇ ਅਸੀਂ ਛੋਟੇ ਸਾਹਿਬਜ਼ਾਦਿਆਂ ਦੀ ਉਸ ਗਲਾਸ ਵਿੱਚ, ਉਸ ਬਾਟੇ ਵਿੱਚ ਦੁੱਧ ਪਾ ਰਹੇ ਹਾਂ, ਅਸੀਂ ਇਸ ਮਾਤਾ ਗੁਜਰੀ ਜੀ ਦੇ ਬਾਟੇ ਵਿੱਚ ਦੁੱਧ ਪਾ ਰਹੇ ਹਾਂ। ਫਿਰ ਸਮਝ ਲਓ ਤੁਹਾਡੀ ਹਾਜ਼ਰੀ ਫਤਿਹਗੜ੍ਹ ਸਾਹਿਬ ਲੱਗ ਜੂ। ਅੱਜ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਬਸ ਇੰਨੀ ਸ਼ਰਧਾ ਤੇ ਭਾਵਨਾ। 3 ਦਿਨ ਦੁੱਧ ਦੀ ਸੇਵਾ ਚੱਲਣੀ ਹੈ ਭਾਈ। ਜ਼ਰੂਰ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਦੁੱਧ ਬਖਸ਼ਿਆ ਘਰ ਦੇ ਵਿੱਚ, ਉਹ ਵੀ ਜ਼ਰੂਰ ਵੱਧ ਤੋਂ ਵੱਧ ਬਚਾਇਓ। ਤੇ ਬਾਕੀ ਤਾਂ ਸੰਗਤ ਨੂੰ ਹੋਏ ਕਹਿਣ ਦੀ ਲੋੜ ਹੀ ਨਹੀਂ। ਰਾਤ ਤੁਸੀਂ ਵੇਖਣਾ ਸੀ ਇੱਥੇ ਮੇਲਾ ਲੱਗਿਆ ਪਿਆ ਸੀ, ਕੋਈ ਵਿਚਾਰਾ ਗੜਬੀ ਭਰੀ ਆਉਂਦਾ, ਕੋਈ ਕਿਵੇਂ ਭਰੀ ਆਉਂਦਾ ਹੈ। ਤੇ ਸਾਡੇ ਉਹ ਗੁਰੂ ਕੇ ਲਾਲਾਂ ਵਾਸਤੇ ਧੰਨ ਬਾਬਾ ਜੋਰਾਵਰ, ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਮਾਤਾ ਗੁਜਰੀ ਜੀ ਵਾਸਤੇ ਜਿਨ੍ਹਾਂ ਨੇ ਪਾਇਆ। ਜੇ ਕੱਲੇ ਕੱਲੇ ਦਾ ਨਾਮ ਲਈਏ ਬਹੁਤ ਸਮਾਂ ਲੱਗ ਜੂ। ਸਾਰਿਆਂ ਲਈ ਧੰਨਵਾਦ ਹੈ। ਜੁੜਿਓ ਸਾਰੇ ਨਾ ਸਾਹਿਬ ਦੀ ਬਾਣੀ ਵਿੱਚ। ਬਸ ਪ੍ਰਸ਼ਾਦ ਦੇ ਰੂਪ ਦੇ ਵਿੱਚ ਹੀ ਸਮਝ ਕੇ ਛਕਣਾ। ਤੁਸੀਂ ਵੀ ਇਹ ਕਹਿਣਾ ਸਾਨੂੰ ਮਾਤਾ ਗੁਜਰੀ ਜੀ ਦਾ ਤੇ ਛੋਟੇ ਸਾਹਿਬਜ਼ਾਦਿਆਂ ਦਾ ਇੱਕ ਪ੍ਰਸ਼ਾਦ ਮਿਲ ਰਿਹਾ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਆਓ ਸਾਰੇ ਜੁੜਿਓ। ਬਹੁਤ ਬਹੁਤ ਧੰਨਵਾਦ ਹੈ। 2 ਦਿਨ ਰਹਿੰਦੇ ਨੇ। ਅੱਜ ਪਹਿਲਾ ਦਿਨ ਹੈ 11 ਪੋਹ, ਅੱਜ 12 ਪੋਹ ਤੇ 13 ਪੋਹ ਨੂੰ ਫਿਰ ਉਹ ਮਹਾਨ ਸ਼ਾਦ ਦਾ ਦਿਨ ਹੈ। ਸਰਬ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ। ਰਾਮ ਕਲੀ ਮਹਲਾ ਤੀਜਾ ਆਨੰਦ ਏਕ ਓੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ। ਸਤਿਗੁਰੂ ਮੈਂ ਸਤਿਗੁਰ ਤਾ ਪਾਇਆ ਸਹਿਜ ਦਿੱਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਸੋਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋਵਰ ਨਾਲੇ। ਹਰ ਨਾਲ ਹੋ ਤੂੰ ਮਨ ਮੇਰੇ ਦੁਖ
ਸਭ ਵਿਸਾਰਣਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੋ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੋ ਸੱਚ ਸਾਹਿਬਾ ਕਿਆ ਨਹੀਂ ਕਰਤੇ ਰਹਿ ਤਾਂ ਤੇਰੇ ਸਭ ਕੁਛ ਹੈ ਜਿਸ ਤੇਰੇ ਸੋ ਭਾਵੇ ਸਦਾ ਸੁਖ ਸਲਾਹ ਤੇਰੀ ਨਾਮ ਮਨ ਵਿਸਾਵੇ ਜਿਸ ਕੈ ਮਨ ਵਸਿਆ ਭਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਪਰ ਸ਼ਾਂਤ ਸੁਖ ਮਨ ਆਈ ਵਸਿਆ ਜਿਨੀ ਇੱਛਾ ਸਭ ਜਾਈਆਂ ਗੁਰਵਾਨ ਕੀਤਾ ਗੁਰ ਵਟੋ ਦਿਨੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸੱਚਾ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸਪਾਗੈ ਅਰਥ ਬਾਗਾ ਸ਼ਬਦ ਬਾਜੇ ਕਲਾ ਜਿਤ ਕਰਤਾਰੀਆ ਪੰਜ ਦੂਤ ਤੁਧ ਵਾਸੋ ਕੀਤੇ ਕਾਲ ਕੰਟਕ ਮਾਰਿਆ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੈ ਲਾਗੇ ਨਾਨਕ ਤੈ ਸੁਖੋਆ ਕਾਰਿਆ ਨਾਦ ਵਾਜੇ ਅੰਦ ਸਰੋਂ ਬੜ ਭਾਗੀਓ ਸਗਲ ਮਨੋਰਥ ਪੂਰੇ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਅੰਤ ਸਾਧਨ ਬੋਥਰ ਸੋ ਪੂਰੇ ਗੁਰ ਤੇ ਜਾਣੀ ਬੰਦੇ ਪਨੀਤ ਕਹਤੇ ਬੇਦ ਦਤ ਗੁਰਿਆ ਭਰਪੂਰੋ ਅਨੁਭਵ ਕਰਨ ਲੱਗੋ ਵਾਜੇ ਅਨਹਦ ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।